ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇੱਦਾਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦਿਆਂ ਜਦੋਂ ਹੀ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਮਨ ਸਾਡਾ ਸੁੰਨ ਵਿੱਚ ਪ੍ਰਵੇਸ਼ ਹੋ ਜਾਂਦਾ। ਅਤੇ ਜਿਹੜਾ ਸਾਡੇ ਮਨ ਦਾ ਘਰ ਆ, ਮਹਾਰਾਜ ਕਹਿੰਦੇ ਆ ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰ ਬਾਰਾ। ਕਿ ਅਸਲੀ ਜਿਹੜਾ ਸਾਡੇ ਮਨ ਦਾ ਘਰ ਆ, ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਂਦੇ ਉਦੋਂ ਸਾਡਾ ਮਨ ਆਪਣੇ ਘਰ ਵਿੱਚ ਪ੍ਰਵੇਸ਼ ਹੋ ਜਾਂਦਾ। ਸਾਡੇ ਮਨ ਦੇ ਘਰ ਨੂੰ ਸੁੰਨ ਕਿਹਾ, ਜਿੱਥੇ ਕੋਈ ਵਿਚਾਰ ਫੁਰਨਾ ਨਹੀਂ। ਅਤੇ ਜਦੋਂ ਫਿਰ ਮਨ ਵਿਚਾਰਾਂ ਤੋਂ ਰਹਿਤ ਹੁੰਦਾ, ਕੋਸ਼ਿਸ਼ ਕਰਨੀ ਹੁੰਦੀ ਕਿ ਜਿਸ ਪਰਮਾਤਮਾ ਨੂੰ ਅਸੀਂ ਆਵਾਜ਼ ਦੇ ਰਹੇ ਹਾਂ ਉਸ ਦੀ ਆਵਾਜ਼ ਸੁਣਨ ਦੀ, ਜਿਹਨੂੰ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ। ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਕਿ ਜਦੋਂ ਅਸੀਂ ਦਾ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਫਿਰ ਅਨਹਦ ਚੁਨਕਾਰ ਸੁਣਨੀ ਹੈ ਸਾਨੂੰ। ਉਹ ਅਨਹਦ ਸ਼ਬਦ ਜੋ ਪਰਮਾਤਮਾ ਤੋਂ ਪ੍ਰਗਟ ਹੋਏ ਆਵਾਜ਼ ਹੈ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੇ ਨਾਮ ਸਮਾਇਦਾ। ਜਿਹਨੂੰ ਸ਼ਬਦ, ਜਿਹਨੂੰ ਨਾਦ ਗੁਰਬਾਣੀ 'ਚ ਨਾਮ ਕਿਹਾ ਆ। ਅਤੇ ਜਦੋਂ ਸਾਡੇ ਘਰ ਦੀ ਪਹਿਚਾਣ ਕਰਵਾਈ ਆ ਕਿ ਜਦੋਂ ਵੀ ਸਾਡਾ ਮਨ ਸੁੰਨ ਵਿੱਚ ਜਾਏਗਾ, ਉੱਥੇ ਮਾਲਕ ਦੇ ਜਿਹੜੇ ਨਾਮ ਆ ਜੋ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਆ, ਜਿਹਨੂੰ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਹਿਲਾਂ ਅਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਇਹਨੂੰ ਨਾਮ ਕਿਹਾ ਹੈ, ਨਾਮ ਜਪਣਾ। ਜਿਹੜਾ ਗੁਰਮੰਤਰ ਅਸੀਂ ਲੈਂਦੇ ਹਾਂ ਗੁਰੂ ਦੁਆਰਾ, ਗੁਰਮੰਤਰ ਸਾਨੂੰ ਦਿੱਤਾ ਜਾਂਦਾ ਵਾਹਿਗੁਰੂ। ਅਤੇ ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਜਪਦੇ, ਇਹਨੂੰ ਕਹਿੰਦੇ ਨਾਮ ਜਪਣਾ। ਇਸ ਗੁਰਮੰਤਰ ਨੇ ਸਾਨੂੰ ਉਸ ਧੁਨ ਤੱਕ ਲੈ ਕੇ ਜਾਣਾ ਜੋ ਨਾਮ ਪਰਮਾਤਮਾ ਦੇ ਮੁੱਖ 'ਚ ਉਚਾਰਨ ਹੋਈ ਬਾਣੀ, ਜੋ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਜਦੋਂ ਫਿਰ ਆਪਾਂ ਇੱਦਾਂ ਗੁਰਬਾਣੀ ਦੁਆਰਾ ਵਿਚਾਰ ਕਰਦੇ ਹਾਂ, ਗੁਰੂ ਸਾਹਿਬ ਗੁਰਬਾਣੀ 'ਚ ਫਿਰ ਆਪਾਂ ਨੂੰ ਭੇਦ ਦਿੰਦੇ ਆ ਕਿ ਅਸੀਂ ਨਾਲ ਨਾਲ ਸਿਮਰਨ ਕਰਨਾ, ਨਾਲ ਨਾਲ ਗੁਰਬਾਣੀ ਦੀ ਵਿਚਾਰ ਕਰਨੀ। ਕਿ ਮਨ ਨੂੰ ਵਸ ਕਰਨ ਦੇ ਦੋ ਹੀ ਤਰੀਕੇ ਆ, ਸਿਮਰਨ ਅਤੇ ਗੁਰਬਾਣੀ ਦੀ ਵਿਚਾਰ। ਕਈ ਵਾਰੀ ਹੁੰਦਾ ਕਿ ਸਾਡਾ ਮਨ ਸਿਮਰਨ ਕਰੀ ਜਾਂਦੇ ਆ, ਫਿਰ ਵਿਚਾਰਾਂ ਦੇ ਵਿੱਚ ਚਲਾ ਜਾਂਦਾ, ਫਿਰ ਸਿਮਰਨ ਕਰਦੇ ਹਾਂ। ਅਤੇ ਫਿਰ ਗੁਰੂ ਸਾਹਿਬ ਨੇ ਆਪਾਂ ਨੂੰ ਦੂਜਾ ਤਰੀਕਾ ਸਮਝਾਇਆ ਹੈ ਗੁਰਬਾਣੀ ਦੀ ਵਿਚਾਰ। ਕਿ ਜਦੋਂ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਅਤੇ ਸਾਨੂੰ ਫਿਰ ਮਨ ਦੀ ਖੋਜ ਦੱਸੀ। ਜਦੋਂ ਅਸੀਂ ਵਿਚਾਰਾਂਗੇ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿਮਰਨ ਬਾਰੇ ਸਮਝਾਇਆ ਕਿ ਤੁਸੀਂ ਸਿਮਰਨ ਕਰਨਾ ਆ, ਸਾਸ ਗ੍ਰਾਸ ਸਾਸ ਸਾਸ ਰੋਮ ਰੋਮ। ਅਤੇ ਜਦੋਂ ਆਪਾਂ ਫਿਰ ਗੁਰਬਾਣੀ 'ਚ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਫਿਰ ਸਾਡਾ ਮਨ ਸਿਮਰਨ ਕਰਨੋਂ ਕਰਦਾ ਹੈ ਅਤੇ ਫਿਰ ਅਸੀਂ ਸਿਮਰਨ ਕਰਨਾ ਹੁੰਦਾ। ਵਾਰ-ਵਾਰ ਕਦੇ ਸਿਮਰਨ ਅਤੇ ਗੁਰਬਾਣੀ ਦੀ ਵਿਚਾਰ, ਦੋ ਹੀ ਤਰੀਕੇ ਮਹਾਰਾਜ ਨੇ ਸਾਨੂੰ ਸਮਝਾਏ ਜਿਹੜੇ ਸਾਡਾ ਮਨ ਵਸ ਆ ਸਕੇ। ਹੁਣ ਗੁਰਬਾਣੀ 'ਚ ਮਹਾਰਾਜ ਆਪਾਂ ਨੂੰ ਭੇਦ ਦਿੰਦੇ ਆ, ਕਹਿੰਦੇ ਕਿ ਸਾਰਾ ਜਿਹੜਾ ਗਿਆਨ ਆ ਸਾਨੂੰ ਗੁਰੂ ਤੋਂ ਮਿਲਦਾ, ਜਿਹਨੂੰ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਿ ਗਿਆਨ ਦਾ ਸੁਰਮਾ ਗੁਰੂ ਦੁਆਰਾ ਸਾਨੂੰ ਦਿੱਤਾ ਜਾਂਦਾ, ਜਿਹਦੇ ਨਾਲ ਅਸੀਂ ਗਿਆਨ ਦੁਆਰਾ ਇਸ ਖੇਲ ਨੂੰ ਸਮਝਦੇ ਹਾਂ ਅਤੇ ਜਿਹੜਾ ਅਗਿਆਨਤਾ ਦਾ ਹਨੇਰਾ ਹੁੰਦਾ ਆ ਸਾਡਾ, ਉਹ ਦੂਰ ਹੋ ਜਾਂਦਾ। ਅਤੇ ਜਦੋਂ ਆਪਾਂ ਫਿਰ ਗੁਰਬਾਣੀ ਦੁਆਰਾ ਭੇਦ ਲੈਂਦੇ, ਫਿਰ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਭੇਦ ਦਿੰਦੇ ਆ ਕਿ ਕਿਵੇਂ ਗਿਆਨ ਲੈ ਕੇ ਅਸੀਂ ਧਿਆਨ 'ਚ ਜਾਣਾ। ਮਹਾਰਾਜ ਕਹਿੰਦੇ ਗਿਆਨ ਧਿਆਨ ਧੁਨ ਜਾਣੀਏ ਅਕਥ ਕਹਾਵੈ ਸੋਏ। ਪਹਿਲਾਂ ਅਸੀਂ ਗਿਆਨ ਲੈਣਾ, ਜਿਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਇੱਕ ਦੁਨਿਆਵੀ ਗਿਆਨ ਹੁੰਦਾ ਜਿਹੜਾ ਅਸੀਂ ਪੜ੍ਹਾਈ ਕਰਦੇ ਹਾਂ, ਦੁਨਿਆਵੀ ਜੋ ਮਾਤਾ ਪਿਤਾ ਸਾਨੂੰ ਬਚਪਨ ਤੋਂ ਸਿਖਾਉਂਦੇ ਆ, ਫਿਰ ਤ੍ਰੈ ਗੁਣਾ ਦੀ ਵਿੱਦਿਆ ਪੜ੍ਹਦੇ ਹਾਂ। ਇੱਦਾਂ ਹੀ ਜਦੋਂ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਬ੍ਰਹਮ ਦਾ ਗਿਆਨ ਦਿੱਤਾ ਹੈ। ਅਤੇ ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਅਸੀਂ ਲੈ ਕੇ ਉਹਦੇ 'ਤੇ ਚੱਲਣਾ ਹੁੰਦਾ, ਜੋ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਸਮਝਾਇਆ। ਅਤੇ ਭਗਤ ਕਬੀਰ ਜੀ ਕਹਿੰਦੇ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਗੁਰਬਾਣੀ 'ਚ ਭਗਤ ਕਬੀਰ ਜੀ ਭੇਜ ਦਿੰਦੇ ਆ, ਕਹਿੰਦੇ ਜਿਹੜੇ ਅਸੀਂ ਵੇਦ ਪੜ੍ਹਦੇ ਹਾਂ, ਜੇ ਸਿਰਫ ਅਸੀਂ ਪੜ੍ਹਨ ਤੱਕ ਸੀਮਤ ਹਾਂ ਫਿਰ ਉਹ ਬਨਾਵਟੀ ਚੀਜ਼ ਹੈ। ਇੱਕ ਹੁੰਦਾ ਪੜ੍ਹਨਾ, ਇੱਕ ਹੁੰਦਾ ਪੜ੍ਹ ਕੇ ਖੋਜਣਾ ਬੁੱਝਣਾ ਅਤੇ ਉਹਦੇ 'ਤੇ ਚੱਲਣਾ। ਹੁਣ ਗੁਰੂ ਸਾਹਿਬ ਨੇ ਗੁਰਬਾਣੀ 'ਚ ਆਪਾਂ ਨੂੰ ਸਾਰਾ ਇਹ ਉਪਦੇਸ਼ ਦਿੱਤਾ ਆ ਕਿ ਅਸੀਂ ਗੁਰਬਾਣੀ ਦੀ ਖੋਜ ਕਰਨੀ,
ਜਿਹਨੂੰ ਮਾਰੇ ਕਹਿੰਦੇ ਖੱਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬਹੁਰ ਨਾ ਹੋਏ। ਕਿ ਗੁਰਬਾਣੀ 'ਚ ਖੋਜ ਦੱਸੀ ਸਾਡੇ ਮਨ ਦੀ, ਤਨ ਦੀ, ਪਰਮਾਤਮਾ ਦੀ, ਆਤਮਾ ਦੀ। ਅਤੇ ਇਸ ਖੇਲ ਦੀ, ਜਿਸ ਖੇਲ ਦੇ ਵਿੱਚ ਅਸੀਂ ਖੇਲਦੇ ਹਾਂ, ਵਿਚਾਰਾਂ 'ਚ ਸਾਡਾ ਮਨ ਚਲਾ ਜਾਂਦਾ, ਕੌਣ ਵਿਚਾਰ ਲੈ ਕੇ ਆਉਂਦਾ, ਕਿਵੇਂ ਆ ਸਾਡੇ ਸੰਯੋਗ ਜੋੜੇ ਜਾਂਦੇ ਆ, ਕਿਵੇਂ ਵਿਜੋਗ ਹੁੰਦਾ ਆ, ਇਹ ਸਾਰਾ ਖੇਲ ਸਾਨੂੰ ਗੁਰਬਾਣੀ 'ਚ ਸ਼ਬਦਾਂ 'ਚ ਦਿਖਾਇਆ ਹੋਇਆ। ਅਤੇ ਭਗਤ ਕਬੀਰ ਜੀ ਕਹਿੰਦੇ ਆ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਜੇ ਅਸੀਂ ਗ੍ਰੰਥ ਪੜ੍ਹਦੇ ਹਾਂ, ਵਿਚਾਰ ਪੜ੍ਹਦੇ ਹਾਂ, ਲੇਕਿਨ ਉਹਦੇ 'ਤੇ ਮਨ ਚੱਲਦਾ ਨਹੀਂ, ਫਿਰ ਸਾਡਾ ਮਨ ਜਿਹੜਾ ਆ ਅਸ਼ਾਂਤੀ, ਚਿੰਤਾ ਦੇ ਵਿੱਚ ਹੀ ਰਹਿੰਦਾ, ਇਹਦਾ ਫਿਕਰ ਨਹੀਂ ਜਾਂਦਾ। ਜਿਹੜਾ ਆਪਾਂ ਕਹਿੰਦੇ ਨਾ ਸਾਡੇ ਮਨ 'ਚ ਬੜੇ ਫੁਰਨੇ ਆ ਫਿਕਰ ਆ ਚਿੰਤਾ ਆ। ਅਤੇ ਗੁਰਬਾਣੀ ਵਿੱਚ ਦੱਸਿਆ ਆ, ਕਹਿੰਦੇ ਫਿਰ ਇਹ ਬਣਾਵਟੀ ਚੀਜ਼ ਆ, ਕਿਉਂਕਿ ਜੋ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਜੇ ਉਹਦੇ 'ਤੇ ਮਨ ਚੱਲਦਾ ਨਹੀਂ, ਅਸੀਂ ਫਿਰ ਪੜ੍ਹਨ ਤੱਕ ਹੀ ਸੀਮਤ ਰਹਿ ਜਾਂਦੇ। ਅਤੇ ਫਿਰ ਦੂਜੇ ਪਾਸੇ ਗੁਰਬਾਣੀ 'ਚ ਦੱਸਿਆ ਦੇ ਵੇਦ ਕਤੇਬ ਕਹੋ ਮਤ ਝੂਠੇ। ਕਹਿੰਦੇ ਝੂਠੇ ਨਹੀਂ, ਝੂਠਾ ਜੋ ਨਾ ਵਿਚਾਰੇ। ਕਹਿੰਦੇ ਜਿੰਨਾ ਚਿਰ ਅਸੀਂ ਇਹਦੀ ਵਿਚਾਰ ਨਹੀਂ ਕਰਦੇ, ਜੋ ਅਸੀਂ ਪੜ੍ਹ ਰਹੇ ਹਾਂ, ਜੋ ਗੁਰਬਾਣੀ 'ਚ ਸਾਨੂੰ ਸਮਝਾਇਆ ਆ, ਕਹਿੰਦੇ ਕਿ ਉਨੀ ਦੇਰ ਇਹ ਬਣਾਵਟੀ ਆ ਕਿ ਅਸੀਂ ਪੜ੍ਹੀ ਜਾਂਦੇ ਹਾਂ, ਛੱਡੀ ਜਾਂਦੇ ਹਾਂ, ਲੇਕਿਨ ਉਹਦੇ 'ਤੇ ਮਨ ਚੱਲਦਾ ਨਹੀਂ। ਅਤੇ ਜੇ ਪੜ੍ਹ ਲਈਏ, ਖੋਜ ਲਈਏ, ਫਿਰ ਮਨ ਸਾਡਾ ਸ਼ਾਂਤ ਹੋ ਜੇ। ਲੇਕਿਨ ਕਹਿੰਦੇ ਦਿਲ ਕਾ ਫਿਕਰ ਨਾ ਜਾਏ, ਫਿਰ ਫਿਕਰਾਂ 'ਚ, ਚਿੰਤਾ 'ਚ ਮਨ ਰਹਿੰਦਾ। ਪੜ੍ਹੀ ਵੀ ਜਾਂਦੇ ਹਾਂ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਕਹਿੰਦੇ ਕਿ ਜੇ ਸਾਡਾ ਮਨ ਇੱਕਦਮ ਭਰ ਵੀ, ਜਿਹੜੇ ਅਸੀਂ ਸਵਾਸ ਲੈ ਰਹੇ ਹਾਂ, ਇੱਕ ਸਵਾਸ ਦੇ ਵਿੱਚ ਵੀ, ਇਹ ਦਮ ਦੇ ਵਿੱਚ ਵੀ ਅਸੀਂ ਪਰਮਾਤਮਾ ਨੂੰ ਯਾਦ ਕਰੀਏ, ਇਹ ਮਨ ਨੂੰ ਟਿਕਾ ਕੇ। ਜਿਵੇਂ ਹੁਣ ਆਪਾਂ ਸਿਮਰਨ ਕਰਦੇ ਹਾਂ ਨਾ, ਇਹ ਜਿਹੜਾ ਆਪਾਂ ਸਿਮਰਨ ਕਰਦੇ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਲਈ। ਅਤੇ ਕਹਿੰਦੇ ਕਿ ਜੇ ਅਸੀਂ ਇੱਕ ਸਵਾਸਾਂ ਦੇ ਵਿੱਚ ਇੱਦਾਂ ਸਿਮਰਨ ਕਰੀਏ, ਅਤੇ ਪ੍ਰਤੱਖ ਪਰਮਾਤਮਾ ਹਾਜ਼ਰ ਹੋ ਜਾਂਦੇ ਆ। ਜਦੋਂ ਆਪਾਂ ਸਿਮਰਨ ਕਰਦੇ ਹਾਂ ਸਵਾਸ ਦੁਆਰਾ, ਜਿਵੇਂ ਹੁਣ ਇੱਕ ਸਵਾਸ 'ਤੇ ਵੀ ਫੁਰਨਾ ਨਾ ਆਵੇ ਸਾਨੂੰ, ਜਿਹੜਾ ਅਸੀਂ ਹੁਣ ਸਿਮਰਨ ਅਭਿਆਸ ਕਰਦੇ ਹਾਂ, ਅਤੇ ਫਿਰ ਕਹਿੰਦੇ ਪਰਮਾਤਮਾ ਆਪ ਹਾਜ਼ਰ ਹੋ ਜਾਂਦੇ। ਤਾਂ ਮਾਰੇ ਕਹਿੰਦੇ ਜਿਹੜੇ ਦਮ ਸਾਨੂੰ ਆ ਰਹੇ ਆ, ਸਵਾਸ ਆ ਰਹੇ ਆ, ਇਹ ਸਵਾਸਾਂ ਨੂੰ ਅਸੀਂ ਸੰਭਾਲਣਾ ਹੁੰਦਾ। ਕਿਵੇਂ ਸੰਭਾਲ ਸਕਦੇ ਹਾਂ? ਪਰਮਾਤਮਾ ਦਾ ਨਾਮ ਜਪ ਕੇ, ਜਿਹਨੂੰ ਮਾਰੇ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਿ ਜਿਹੜੇ ਵੀ ਦਮ ਪਰਮਾਤਮਾ ਸਾਨੂੰ ਸਵਾਸ ਦੇ ਰਹੇ ਆ, ਮਹਾਰਾਜ ਕਹਿੰਦੇ ਵਿਅਰਥ ਨਹੀਂ ਜਾਣਦੇ ਨੇ, ਇਹਦੇ 'ਤੇ ਵਾਹਿਗੁਰੂ ਦੀ ਮੋਹਰ ਲਾਉਣੀ ਹੈ। ਅਤੇ ਫਿਰ ਕਹਿੰਦੇ ਕਿ ਜੇ ਤੁਸੀਂ ਇੱਦਾਂ ਸਵਾਸ ਦੇ ਨਾਲ ਸਿਮਰਨ ਕਰਦੇ ਆ, ਤਾਂ ਪਰਮਾਤਮਾ ਪ੍ਰਤੱਖ ਹਾਜ਼ਰ ਹੋ ਜਾਂਦੇ ਆ। ਟੁੱਕ ਦਮ ਕਿਹਾ ਸਾਡੇ ਸਵਾਸਾਂ ਨੂੰ, ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਕਿ ਮਾਲਕ ਆਪ ਹਾਜ਼ਰ ਹੋ ਜਾਂਦੇ ਆ ਜੇ ਅਸੀਂ ਇੱਕ ਚਿੱਤ ਹੋ ਜਾਂਦੇ ਆ। ਸਾਡਾ ਮਨ ਜਿਹੜੇ ਸਾਨੂੰ ਸਵਾਸ ਆ ਰਹੇ, ਸਵਾਸ ਦੁਆਰਾ ਸਿਮਰਨ ਕਰਕੇ ਇੱਕ ਚਿੱਤ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਕਹਿੰਦੇ ਜਿਹੜਾ ਫਿਕਰ ਆ, ਚਿੰਤਾ ਆ, ਫੁਰਨੇ ਆ, ਜਿਹੜੇ ਅਸੀਂ ਸੰਸਾਰ 'ਚ ਵਿਚਰਦੇ ਹਾਂ, ਕਹਿੰਦੇ ਆਪਣੇ ਮਨ ਨੂੰ ਖੋਜੋ। ਦਿਲ ਮਨ ਨੂੰ ਕਿਹਾ ਆ। ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਕਿ ਰੋਜ਼, ਕਿਉਂਕਿ ਨਿੱਤ ਦਾ ਸਾਡਾ ਖੇਲ ਆ। ਜਿੰਨਾ ਚਿਰ ਸਾਡੇ ਸਵਾਸ ਆ, ਅਸੀਂ ਦਿਨ ਅਤੇ ਰਾਤ ਵਿੱਚ ਖੇਲ ਰਹੇ ਹਾਂ, ਜਿਹਨੂੰ ਮਾਰੇ ਕਹਿੰਦੇ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ, ਕਿ ਦਿਨ ਅਤੇ ਰਾਤ ਵਿੱਚ ਸਾਰਾ ਸੰਸਾਰ ਖੇਲ ਰਿਹਾ। ਸਵੇਰੇ ਅਸੀਂ ਕਰਮ ਕਰਦੇ, ਰਾਤ ਨੂੰ ਸੌਂ ਜਾਂਦੇ ਹਾਂ। ਅਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਕਿ ਤੁਸੀਂ ਰੋਜ਼ ਜਿਹੜਾ ਆਪਾਂ ਸਵੇਰ ਤੋਂ ਇਸ ਸੰਸਾਰ ਵਿੱਚ ਆਉਣੇ ਆ, ਮਹਾਰਾਜ ਕਹਿੰਦੇ ਆ ਕਿ ਤੁਸੀਂ ਖੋਜਣਾ ਆ ਆਪਣੇ ਆਪ ਨੂੰ। ਜੇ ਮਹਾਰਾਜ ਕਹਿੰਦੇ ਤੁਸੀਂ ਆਪਣੇ ਆਪ ਨੂੰ ਖੋਜਿਆ, ਦਿਲ ਨੂੰ ਖੋਜਣਾ ਸ਼ੁਰੂ ਕੀਤਾ, ਫਿਰ ਕੋਈ ਪਰੇਸ਼ਾਨੀ ਨਹੀਂ ਹੋਊਗੀ, ਤੁਹਾਨੂੰ ਖੇਲ ਦੀ ਸਮਝ ਲੱਗ ਜਾਊਗੀ। ਜਿਹਨੂੰ ਮਹਾਰਾਜ ਕਹਿੰਦੇ ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖ ਸਾਰ। ਕਿਵੇਂ ਵਾਚਣੀ? ਕਿ ਅਸੀਂ ਸੰਸਾਰ 'ਚ ਵਿਚਰਦੇ ਹਾਂ, ਰਜੋਗੁਣ ਤਮੋਗੁਣ ਸਤੋਗੁਣ ਜਿਹਨੂੰ ਮਾਇਆ ਕਿਹਾ ਆ। ਕਿੰਨੇ ਸਵਾਸ ਅਸੀਂ ਕਿੱਥੇ ਖਰਚ ਕੀਤੇ, ਉਹ ਅਸੀਂ ਲਿਖਨੇ ਆ। ਜਿਹੜਾ ਮਹਾਰਾਜ ਗੁਰਬਾਣੀ 'ਚ ਦੱਸਦੇ, ਆਪੇ ਪੱਟੀ ਕਲਮ ਆਪ ਉੱਪਰ ਲਿਖ ਭੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ। ਕਿ ਤੁਸੀਂ ਆਪਣੀ ਪੱਟੀ 'ਤੇ ਲਿਖੀ ਜਾਣਾ। ਇੱਕ ਤਾਂ ਜਿਹੜੇ ਸਾਨੂੰ ਸਵਾਸ ਮਿਲੇ ਆ, ਧਰਮ ਰਾਏ ਨੂੰ ਬਿਠਾਇਆ ਹੋਇਆ। ਮਹਾਰਾਜ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟ ਆਤਮਾਓ ਤੇਰੀ ਸਰਕਾਰ। ਕਿ ਉਹ ਸਾਡੇ ਸਵਾਸ ਜਿੰਨੇ ਵੀ ਅਸੀਂ ਕਿੱਥੇ ਖਰਚ ਕਰ ਰਹੇ ਹਾਂ, ਹਿਸਾਬ ਕਿਤਾਬ ਹੋਣਾ। ਧਰਮ ਰਾਏ ਨੂੰ ਮਹਾਰਾਜ ਨੇ ਹੁਕਮ ਦਿੱਤਾ ਹੋਇਆ ਕਿ ਤੁਸੀਂ ਹਿਸਾਬ ਕਿਤਾਬ ਰੱਖਣਾ।
ਇੱਦਾਂ ਹੀ ਸਾਨੂੰ ਮਨ ਨੂੰ ਸਮਝਾਇਆ ਆ ਕਿ ਤੁਸੀਂ ਆਪਣੀ ਪੱਟੀ 'ਤੇ ਲਿਖੀ ਜਾਣਾ ਕਿੱਥੇ ਸਵਾਸ ਕਿੰਨੇ ਖਰਚ ਕੀਤੇ। ਉਹਨੂੰ ਮਨ ਦੀ ਪੱਤਰੀ ਕਹਿੰਦੇ। ਜਿਵੇਂ ਪੰਡਤਾਂ ਕੋਲ ਲੋਕ ਜਾਂਦੇ ਤਨ ਦੀ ਪੱਤਰੀ ਕਢਾਉਂਦੇ ਆ, ਇਵੇਂ ਗੁਰੂ ਸਾਹਿਬ ਗੁਰਬਾਣੀ 'ਚ ਸਾਨੂੰ ਮਨ ਦੀ ਪੱਤਰੀ ਬਾਰੇ ਦੱਸਦੇ ਆ। ਕਹਿੰਦੇ ਜੇ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਰੋਜ਼ ਆਪਣੇ ਮਨ ਦੀ ਪੱਤਰੀ ਵਾਚੋ ਕਿ ਕਿੰਨੇ ਸਵਾਸ ਕਿੱਥੇ ਖਰਚ ਕੀਤੇ। ਜਦੋਂ ਅਸੀਂ ਆਪਣੇ ਮਨ ਦੀ ਪੱਤਰੀ ਵਾਚਣ ਲੱਗ ਪੈਂਦੇ ਹਾਂ, ਸਾਨੂੰ ਫਿਰ ਪਤਾ ਲੱਗਣ ਲੱਗ ਪੈਂਦਾ ਕਿ ਅਸੀਂ ਅੱਜ ਘਾਟਾ ਖਾਧਾ, ਕਿੰਨੇ ਸਵਾਸ ਅਸੀਂ ਵਿਅਰਥ ਗਵਾਏ, ਕਿੰਨੇ ਸਵਾਸ ਅਸੀਂ ਰਜੋਗੁਣ 'ਤੇ ਤਮੋਗੁਣ 'ਤੇ ਸਤੋਗੁਣ 'ਤੇ ਖਰਚ ਕੀਤੇ। ਜਦੋਂ ਅਸੀਂ ਖੋਜਣ ਲੱਗ ਪਾਂਗੇ ਕਿ ਅਸੀਂ ਔਗਣ ਕਿੰਨੇ ਕੀਤੇ, ਉਹ ਫਿਰ ਹੌਲੀ ਹੌਲੀ ਅਸੀਂ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਗੁਰੂ ਦੀ ਮੱਤ ਦੁਆਰਾ ਕਿ ਅਸੀਂ ਲਿਵ ਦਾ ਰਸਤਾ ਅਖਤਿਆਰ ਕਰਨਾ ਹੈ, ਅਧਾਤ ਦਾ ਰਸਤਾ ਛੱਡਣਾ ਹੈ। ਉਹ ਫਿਰ ਜਦੋਂ ਅਸੀਂ ਖੋਜਣਾ ਸ਼ੁਰੂ ਕਰ ਦਾਂਗੇ ਫਿਰ ਕਹਿੰਦੇ ਕਿ ਪਰੇਸ਼ਾਨੀ ਦੇ ਵਿੱਚ ਨਹੀਂ ਮਨ ਜਾਏਗਾ। ਕਹਿੰਦੇ ਰੋਜ਼ ਕਰਨਾ। ਜਿਵੇਂ ਹੁਣ ਕਥ ਕਹਾਣੀਆਂ ਵਿਛੜਨ ਤੋਂ ਮਿਲਾਪ ਦਾ ਰਸਤਾ ਜਿੱਤ ਸਾਡੇ ਮਨ ਦੇ ਭੇਦ ਦਿੱਤਾ ਜਾਂਦਾ। ਅਤੇ ਮਹਾਰਾਜ ਕਹਿੰਦੇ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ। ਕਹਿੰਦੇ ਰੋਜ਼ ਕਰੋ, ਸਵੇਰੇ ਇਹ ਆਪਣੇ ਮਨ ਨੂੰ ਰੋਜ਼ ਸਮਝਾਓ। ਤਾਂ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ ਕਿ ਸਾਡੇ ਮਨ ਨੂੰ ਸਮਝ ਆ ਜੇ। ਫਿਰ ਕਹਿੰਦੇ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀ। ਕਹਿੰਦੇ ਇਹ ਜਿਹੜਾ ਸੰਸਾਰ ਇੱਕ ਮੇਲਾ ਆ ਅਤੇ ਮੇਲੇ 'ਚ ਅਸੀਂ ਵਪਾਰੀ ਬਣ ਕੇ ਆਏ ਹਾਂ। ਇੱਥੇ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ। ਕਹਿੰਦੇ ਕਿਸੇ ਨੇ ਤੁਹਾਡਾ ਹੱਥ ਨਹੀਂ ਇੱਥੇ ਫੜਨਾ। ਜਦੋਂ ਜਿੰਨਾ ਜੋ ਅਸੀਂ ਸੰਸਾਰ ਵਿੱਚ ਆਪਣਾ ਆਪਣਾ ਹਿਸਾਬ ਕਿਤਾਬ ਅਸੀਂ ਆਪਣੇ ਆਪ ਹੀ ਦੇਣਾ। ਜਿਹੜਾ ਸਾਡੇ ਅੰਦਰ ਮਨ ਆ ਸਰੀਰ ਸਾਨੂੰ ਦ੍ਰਿਸ਼ਟਮਾਨ ਦਿੱਤਾ ਆ ਮਨ ਆ, ਅਤੇ ਗੁਰਬਾਣੀ 'ਚ ਸਮਝਾਇਆ ਇਸ ਮਨ ਨੇ ਆਪਣਾ ਲੇਖਾ ਜੋਖਾ ਆਪ ਹੀ ਦੇਣਾ। ਅਤੇ ਜਿੱਥੇ ਦਾ ਲੇਖਾ ਜੋਖਾ ਹੋਣਾ ਕਿਸੇ ਨੇ ਇਹਦਾ ਸਾਥ ਨਹੀਂ ਦੇਣਾ। ਜਿਹਨੂੰ ਮਾਰੇ ਕਹਿੰਦੇ ਜਿੱਥੇ ਪਰਮਾਤਮਾ ਦਾ ਨਾਮ ਸਾਥ ਦਿੰਦਾ ਉੱਥੇ ਨਾ ਮਾਤਾ ਨਾ ਪਿਤਾ ਕੋਈ ਸਾਥ ਨਹੀਂ ਦਿੰਦੇ। ਜਿਹਨੂੰ ਮਾਰੇ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਹ ਕਹਿੰਦੇ ਕਿ ਇਹ ਸਿਰਫ ਇੱਕ ਮੇਲਾ ਹੀ ਆ। ਮੇਲੇ 'ਚ ਅਸੀਂ ਦੇਖ ਰਹੇ ਇੱਕ ਦੂਜੇ ਨੂੰ ਅਤੇ ਖੇਡ ਰਹੇ ਹਾਂ। ਅਤੇ ਫਿਰ ਕਹਿੰਦੇ ਕਿ ਕਿਸੇ ਨੇ ਮੇਲੇ ਦੇ ਵਿੱਚ ਕਿਸੇ ਦਾ ਹੱਥ ਨਹੀਂ ਫੜਨਾ। ਕਿ ਜਿਵੇਂ ਹੁਣ ਆਪਾਂ ਸੰਸਾਰ ਵਿੱਚ ਜਾਂਦੇ ਹਾਂ, ਕੋਈ ਵੀ ਜੀਵ ਜਾਂਦਾ, ਕੋਈ ਵੀ ਨਾਲ ਨਹੀਂ ਜਾਂਦਾ। ਉੱਥੇ ਇੱਕ ਪਰਮਾਤਮਾ ਨੇ ਅਤੇ ਉਹਨਾਂ ਦਾ ਨਾਮ ਆ ਜਿਹੜਾ ਸਾਡਾ ਨਾਲ ਜਾਣਾ ਹੈ। ਜਿਹਨੂੰ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਜਹ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ। ਫਿਰ ਉਹ ਸਾਡੇ ਮਨ ਨੂੰ ਸਮਝਾ ਰਹੇ ਆ। ਕਹਿੰਦੇ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ। ਕਹਿੰਦੇ ਜਿਹੜੇ ਦਰੋਗ ਆ ਉਹ ਕੀ ਕਰਦੇ ਆ, ਪੜ੍ਹਦੇ ਆ ਪੜ੍ਹ ਪੜ੍ਹ ਕੇ ਅਤੇ ਲੇਕਿਨ ਛੱਡੀ ਜਾਂਦੇ ਭੇਦ ਨਹੀਂ, ਬੇਖਬਰ ਆ। ਅਸਲੀ ਜਿਹੜਾ ਭੇਦ ਆ ਉਹਦੇ ਤੋਂ ਬੇਖਬਰ ਆ। ਕਹਿੰਦੇ ਬਾਦ ਵਿੱਚ ਪੈ ਜਾਂਦੇ, ਵਾਦ ਵਿਵਾਦ ਵਿੱਚ। ਅਤੇ ਇਹ ਆਪਾਂ ਨੂੰ ਫਿਰ ਗੁਰਬਾਣੀ ਸਮਝਾ ਜਦੋਂ ਆਪਾਂ ਪੜ੍ਹਨਾ ਆ, ਗੁਰਬਾਣੀ ਵਿਚਾਰਨੀ ਆ, ਅਸੀਂ ਕੀ ਕਰਨਾ ਆ, ਅਸੀਂ ਆਪਣੇ ਅੰਦਰ ਦੀ ਖੋਜ ਕਰਨੀ। ਜਿਉਂ ਮਾਰੇ ਗੁਰਬਾਣੀ 'ਚ ਆਪਾਂ ਨੂੰ ਦੱਸਦੇ ਆ ਤਨ ਦੀ ਖੋਜ ਕਰਨੀ ਹੈ। ਤ੍ਰੈ ਗੁਣਾਂ ਦੇ ਵਿੱਚ ਨਹੀਂ ਪੜ੍ਹਨਾ ਸੀ। ਤ੍ਰੈ ਗੁਣਾਂ ਤੋਂ ਜੋ ਗੁਰਬਾਣੀ 'ਚ ਆਪਾਂ ਨੂੰ ਚੌਥੇ ਪਦ ਦਾ ਖੇਲ ਸਮਝਾਇਆ ਉਹ ਆਪਾਂ ਸਮਝਣਾ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ। ਜੇ ਅਸੀਂ ਸਿਰਫ ਤ੍ਰੈ ਗੁਣਾਂ 'ਚ ਪੜ੍ਹੀ ਜਾਵਾਂਗੇ ਅਤੇ ਪੜ੍ਹ ਕੇ ਇੱਥੇ ਹੀ ਖੁਸ਼ ਹੁੰਦੇ ਹਾਂ ਜਾਂ ਵਾਦ ਵਿਵਾਦ ਕਰੀ ਜਾਂਦੇ ਹਾਂ, ਅਤੇ ਉਹ ਫਿਰ ਆਪਾਂ ਨੂੰ ਸਮਝਾਇਆ ਆ ਕਿ ਤੁਸੀਂ ਤ੍ਰੈ ਗੁਣਾਂ ਦੇ ਵਿੱਚ ਨਹੀਂ ਪੜ੍ਹਨੀ ਬਾਣੀ। ਇਹ ਚੌਥੇ ਪਦ ਦਾ ਸਾਨੂੰ ਗਿਆਨ ਦਿੱਤਾ ਹੈ। ਅਤੇ ਜੇ ਅਸੀਂ ਤ੍ਰੈ ਗੁਣਾਂ ਦੇ ਵਿੱਚ ਉਲਝੇ ਰਹਿੰਦੇ ਹਾਂ ਫਿਰ ਅਸੀਂ ਚੌਥੇ ਪਦ ਦਾ ਗਿਆਨ ਨਹੀਂ ਲੈਂਦੇ। ਤਾਂ ਮਹਾਰਾਜ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਮੂਲ ਦਾ ਗਿਆਨ ਸਾਨੂੰ ਗੁਰਬਾਣੀ ਸ਼ੁਰੂ ਤੋਂ ਹੀ ਦੇਤਾ ਇੱਕ ਓਅੰਕਾਰ ਤੋਂ, ਕਿ ਸਾਡਾ ਸਾਰਿਆਂ ਦਾ ਮੂਲ ਇੱਕ ਪਰਮਾਤਮਾ ਆ ਜਿਹਦੇ ਤੋਂ ਸਾਰੇ ਆਕਾਰ ਪੈਦਾ ਹੋਏ ਆ। ਅਤੇ ਜੇ ਅਸੀਂ ਆਪਣੇ ਮੂਲ ਨੂੰ ਹੀ ਭੁੱਲ ਗਏ ਅਤੇ ਉਹਦਾ ਗਿਆਨ ਨਹੀਂ ਲਿਆ, ਅਸੀਂ ਪੜ੍ਹ ਕੇ ਫਿਰ ਸਿਰਫ ਵਾਦ ਵਿਵਾਦ ਝਗੜਿਆਂ 'ਚ ਮਨ ਪੈਂਦਾ। ਸੋ ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ ਕਹਿੰਦੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੀਂ। ਕਹਿੰਦੇ ਕਿ ਜਿਹੜਾ ਪਰਮਾਤਮਾ ਸੱਚ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਅਕਾਲ ਪੁਰਖ ਨਿਰੰਕਾਰ, ਉਹ ਪਰਮਾਤਮਾ ਸੱਚ ਆ, ਪ੍ਰਕਾਸ਼ਮਾਨ ਆ, ਅਤੇ ਹਰ ਜਗ੍ਹਾ ਉਹ ਮੌਜੂਦ ਆ। ਸੰਸਾਰ 'ਚ ਹਰ ਜਗ੍ਹਾ ਉਹ ਮੌਜੂਦ ਆ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਸੱਚ ਅਤੇ ਉਹਦਾ ਨਾਮ ਮੌਜੂਦ ਨਹੀਂ। ਜਿਹਨੂੰ ਮਹਾਰਾਜ ਕਹਿੰਦੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਅਤੇ ਮਹਾਰਾਜ ਕਹਿੰਦੇ ਖਾਲਕ
ਖਲਕ ਮਿਆਨੇ ਸ਼ਿਆਮ ਮੂਰਤ ਨਾਹੀ। ਕਹਿੰਦੇ ਕਿ ਉਹ ਮਾਲਕ ਕਿਸੇ ਆਕਾਰ ਵਿੱਚ ਨਹੀਂ। ਸ਼ਿਆਮ ਕਿਹਾ ਕ੍ਰਿਸ਼ਨ ਜੀ ਨੂੰ, ਕਹਿੰਦੇ ਕਿਸੇ ਜਿੱਦਾਂ ਮੂਰਤੀਆਂ ਦੇ ਵਿੱਚ ਨਹੀਂ, ਉਹ ਪਰਮਾਤਮਾ ਹਰ ਜਗ੍ਹਾ ਸਮਾਇਆ ਹੋਇਆ ਹੈ, ਸਾਡੇ ਅੰਦਰ ਵੀ ਆ ਅਤੇ ਬਾਹਰ ਵੀ ਆ। ਉਹ ਆਕਾਰ ਦੇ ਵਿੱਚ ਨਹੀਂ ਹੈਗਾ, ਉਹ ਮਾਲਕ ਪ੍ਰਕਾਸ਼ਮਾਨ ਆ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਅਤੇ ਹਰ ਜਗ੍ਹਾ ਵਸ ਰਿਹਾ ਹੈ। ਇਹ ਆਪਾਂ ਨੂੰ ਫਿਰ ਗੁਰਬਾਣੀ 'ਚ ਸਮਝਾਇਆ। ਕਹਿੰਦੇ ਅਸਮਾਨ ਮਿਆਨੇ ਲਹੰਗ ਦਰਿਆ ਗੁਸ਼ਲ ਕਰਦਨ ਬੂਦ। ਫਿਰ ਦੱਸਦੇ ਆ ਅਸਮਾਨ ਕਿਹਾ 10ਵੇਂ ਦੁਆਰ ਨੂੰ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਖੋਜੋ ਅਸਮਾਨ। ਕਹਿੰਦੇ ਕਿ ਅਸਮਾਨ 10ਵਾਂ ਦੁਆਰ ਆ, ਜਿੱਥੇ ਹਰੀ, ਜਿਹਨੂੰ ਗਗਨ ਵੀ ਕਿਹਾ ਗੁਰਬਾਣੀ ਦੇ ਵਿੱਚ। ਕਹਿੰਦੇ ਉਸ 10ਵੇਂ ਦੁਆਰ ਦੇ ਵਿੱਚ ਜਾ ਕੇ ਉੱਥੇ ਇਸ਼ਨਾਨ ਮਨ ਦਾ ਕਰਵਾਓ, ਉੱਥੇ ਪਰਮਾਤਮਾ ਵਸਦਾ ਹੈ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਕਹਿੰਦੇ ਕਿ ਉੱਥੇ ਜਿਹੜਾ 10ਵਾਂ ਦੁਆਰ ਆ, ਜਿੱਥੇ ਹਰੀ ਪਰਮਾਤਮਾ ਵਸਦਾ ਆ, ਉਹ ਦਰਿਆ ਵਗਦਾ, ਉਸ ਵਿੱਚ ਇਸ਼ਨਾਨ ਕਰੋ ਜਾ ਕੇ। ਜਦੋਂ ਹੁਣ ਆਪਾਂ ਗੁਰਬਾਣੀ ਦੁਆਰਾ ਭੇਦ ਲੈਂਦੇ, ਮਹਾਰਾਜ ਕਹਿੰਦੇ ਜਦੋਂ ਆਪਾਂ ਸਿਮਰਨ ਕਰਦੇ ਹਾਂ 9 ਦਰਾਂ ਨੂੰ ਬੰਦ ਕਰਕੇ ਸਾਡੇ 10ਵੇਂ ਦੁਆਰ ਵਿੱਚ ਵਾਸਾ ਹੁੰਦਾ। 9 ਦਰ ਠਾਕੇ ਧਾਵਤ ਰਹਾਏ 10ਵੇਂ ਨਿਜ ਕਰ ਵਾਸਾ ਪਾਏ। ਹੁਣ ਜਦੋਂ ਆਪਾਂ ਵਿਚਾਰਾਂ ਤੋਂ ਰਹਿਤ ਹੋ ਜਾਂਦੇ, ਜਿੱਥੇ ਸਾਨੂੰ ਅਨਹਦ ਸ਼ਬਦ ਸੁਣ ਲੱਗ ਪੈਂਦੇ, ਉਹ 9 ਦਰਾਂ ਤੋਂ ਉੱਪਰ ਉੱਠ ਜਾਂਦਾ ਸਾਡਾ ਮਨ, ਜਿਹਨੂੰ ਕਹਿੰਦੇ ਮੂੰਦ ਲੀਏ ਦਰਵਾਜ਼ੇ ਤੋਂ ਬਾਜੀ ਅਲੇ ਅਨਹਦ ਬਾਜੇ। ਜਦੋਂ ਵੀ ਫਿਰ ਆਪਾਂ ਗੁਰਬਾਣੀ ਪੜ੍ਹਦੇ, ਗੁਰਬਾਣੀ ਦੁਆਰਾ ਫਿਰ ਆਪਾਂ ਗੁਰਬਾਣੀ ਦੀ ਵਿਚਾਰ ਕਰਨੀ ਹੁੰਦੀ ਹੈ ਕਿ ਕਿੱਥੇ ਸਾਨੂੰ ਗੁਰੂ ਸਾਹਿਬ ਨੇ ਅਸਮਾਨ ਬਾਰੇ ਦੱਸਿਆ। ਫਿਰ ਜਦੋਂ ਅਸਮਾਨ ਦੇਖਦੇ ਹਾਂ ਅਤੇ ਭਗਤ ਧੰਨਾ ਜੀ ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ, ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਉਹਨਾਂ ਕਿਹਾ ਕਿ ਸਾਡੀ ਜੋਤ ਅਸਮਾਨ ਵਿੱਚ ਸਮਾ ਗਈ ਜਾ ਕੇ। ਇੱਦਾਂ ਹੀ ਫਿਰ ਭਗਤ ਕਬੀਰ ਜੀ ਕਹਿੰਦੇ ਕਿ ਕਹੋ ਕਬੀਰ ਖੋਜੋ ਅਸਮਾਨ, ਅਸਮਾਨ ਨੂੰ ਖੋਜੋ। ਇੱਥੇ ਵੀ ਕਹਿੰਦੇ ਕਿ ਅਸਮਾਨ ਜਿਹੜਾ 10ਵਾਂ ਦੁਆਰ ਆ, ਗਗਨ ਆ, ਉਹਦੇ ਵਿੱਚ ਪਰਮਾਤਮਾ ਵਸ ਰਿਹਾ ਆ, ਅਤੇ ਤੁਸੀਂ ਉਸ ਦਰਿਆ ਵਿੱਚ ਜਾ ਕੇ ਇਸ਼ਨਾਨ ਕਰੋ। ਫਿਰ ਆਪਾਂ ਨੂੰ ਸਮਝਾਇਆ, ਕਹਿੰਦੇ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਾਹਾਂ ਮੌਜੂਦ। ਕਹਿੰਦੇ ਕਿ ਜਿਹੜਾ ਅਸੀਂ ਰਸਤਾ ਅਖਤਿਆਰ ਕਰਨਾ ਨਾ, ਉਹ ਗਰੀਬੀ ਵੇਸ ਫਕੀਰੀ ਵਾਲਾ, ਜਿਹਨੂੰ ਸਕੀਨ ਕਹਿੰਦੇ ਆ। ਜਦੋਂ ਆਪਾਂ ਸੰਸਾਰ ਵਿੱਚ ਵਿਚਰਨਾ ਆ, ਕਹਿੰਦੇ ਕਿ ਫਕੀਰੀ ਜਿਹੜਾ ਬੰਦਗੀ ਕਰਦੇ ਹਾਂ ਅਸੀਂ, ਫਕੀਰੀ ਵਾਲਾ ਰਸਤਾ ਧਾਰਨ ਕਰਨਾ ਹੈ। ਅਤੇ ਕਹਿੰਦੇ ਐਨਕਾਂ ਲਾ ਕੇ ਚਸ਼ਮਾ, ਜਿਵੇਂ ਆਪਾਂ ਚਸ਼ਮਾ ਕਹਿ ਦਿੰਦੇ ਹਾਂ, ਐਨਕ ਕਹਿ ਦਿੰਦੇ, ਕਹਿੰਦੇ ਕਿ ਐਨਕਾਂ ਲਾ ਕੇ ਦੇਖੋ ਕਿ ਪ੍ਰਮਾਤਮਾ ਹਰ ਜਗ੍ਹਾ ਹੀ ਮੌਜੂਦ ਆ, ਹਾਜ਼ਰ ਨਾਜ਼ਰ ਆ। ਹੁਣ ਉਹੀ ਗਿਆਨ ਦਾ ਅਸੀਂ ਚਸ਼ਮਾ ਲਾਉਣਾ ਹੁੰਦਾ, ਕਿ ਗਿਆਨ ਦੁਆਰਾ ਮਨ ਨੂੰ ਜਗਾਉਣਾ ਹੁੰਦਾ, ਕਿ ਜੋ ਗੁਰੂ ਸਾਹਿਬ ਕਹਿੰਦੇ ਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਕਿ ਗਿਆਨ ਦਾ ਜਦੋਂ ਸਾਨੂੰ ਚਾਨਣ ਹੋ ਜਾਂਦਾ, ਅਗਿਆਨਤਾ ਖਤਮ ਹੋ ਜਾਂਦੀ। ਹੁਣ ਸਾਨੂੰ ਭਰਮ ਇਸ ਕਰਕੇ ਹੀ ਆ ਕਿ ਪ੍ਰਮਾਤਮਾ ਕਿੱਥੇ ਆ, ਕਿਵੇਂ ਮਿਲੀਏ। ਅਤੇ ਗੁਰਬਾਣੀ ਦੇ ਵਿੱਚ ਸਾਡਾ ਉਹ ਭਰਮ ਦੂਰ ਕੀਤਾ, ਸਾਨੂੰ ਖੋਲ੍ਹ ਕੇ ਸਮਝਾਇਆ ਕਿ ਮਾਲਕ ਪਰਮਾਤਮਾ ਕਿੱਥੇ ਵਸਦੇ ਆ ਅਤੇ ਕਿਵੇਂ ਉਹਨੂੰ ਦੇਖਣਾ, ਕਿਵੇਂ ਉਹਨੂੰ ਮਿਲਣਾ। ਉਹ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਆ ਕਿ ਗੁਰੂ ਸਾਹਿਬ ਭੇਦ ਦਿੰਦੇ ਆ, ਸੁਨ ਸਮਾਧ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤੈ ਹਰਖ ਨੇ ਸੋਗ ਨੇ ਜਨਮ ਨੇ ਮਰਤ। ਕਹਿੰਦੇ ਪ੍ਰਮਾਤਮਾ ਸੋਨ ਗੁਫਾ ਵਿੱਚ ਆ, ਸੋਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪ੍ਰਮਾਤਮਾ ਨੂੰ ਕਿਹਾ, ਪੂਰਨ ਤੇ ਬਾਸਨ। ਕਹਿੰਦੇ ਉਹ ਉੱਥੇ ਵੱਸਦੇ ਆ ਮਾਲਕ। ਫਿਰ ਜਿਹੜਾ ਵੀ ਜਾਂਦਾ ਉਹਦੇ ਨਾਲ ਵਿਚਾਰ ਕਰਦੇ ਆ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਅਤੇ ਜਦੋਂ ਫਿਰ ਮਾਲਕ ਨਾਲ ਮਿਲਾਪ ਹੋ ਜਾਂਦਾ, ਫਿਰ ਹਾਜ਼ਰ ਨਾਜ਼ਰ ਹੀ ਚਾਰਸ਼ ਫਿਰ ਦਿਸਦਾ। ਅਤੇ ਸਾਡੇ ਮਨ ਨੂੰ ਫਿਰ ਗਿਆਨ ਦਿੱਤਾ ਗਿਆ ਆ ਕਿ ਮਾਲਕ ਨੂੰ ਹਾਜ਼ਰ ਨਾਜ਼ਰ ਦੇਖੋ, ਗਿਆਨ ਦਾ ਚਸ਼ਮਾ ਲਾ ਕੇ। ਫਿਰ ਆਪਾਂ ਨੂੰ ਸਮਝਾਇਆ, ਕਹਿੰਦੇ ਅਲਹ ਪਾਕਮ ਪਾਕ ਹੈ ਸੱਕ ਕਰੋ ਜੇ ਦੂਸਰ ਹੋਏ। ਕਹਿੰਦੇ ਕਿ ਪ੍ਰਮਾਤਮਾ ਪਵਿੱਤਰ ਹੈ, ਸ਼ੱਕ ਤਾਂ ਕਰੋ ਜੇ ਦੂਜਾ ਹੋਵੇ ਸੰਸਾਰ ਦੇ ਵਿੱਚ। ਉਹ ਇੱਕ ਮਾਲਕ ਦਾ ਹੀ, ਪਰਮਾਤਮਾ ਸ੍ਰਿਸ਼ਟੀ ਦਾ ਕਰਤਾ, ਜਿਹੜਾ ਰਚਨਾ ਸਾਡੀ ਸਾਰਿਆਂ ਦੀ ਕੀਤੀ ਹੈ, ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਇੱਕ ਹੀ, ਉਹਦਾ ਹੀ ਸਾਰਾ ਖੇਲ ਆ ਅਤੇ ਉਹ ਹੀ ਸਾਰੇ ਘਟ ਵਿੱਚ ਖੇਲ ਰਿਹਾ ਹੈ। ਇਹ ਉਦੋਂ ਦੀ ਗੱਲ ਮਹਾਰਾਜ ਕਹਿੰਦੇ ਜਦੋਂ ਉਸ ਅਵਸਥਾ 'ਤੇ ਮਨ ਪਹੁੰਚ ਜਾਂਦਾ, ਜਿੱਥੇ ਗੁਰੂ ਸਾਹਿਬ ਕਹਿੰਦੇ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇੱਕ ਹੁੰਦਾ ਸ਼ਬਦ ਦੀ ਵਿਚਾਰ ਕਰਕੇ ਆਪਾਂ ਗੁਰਬਾਣੀ ਦੁਆਰਾ ਸਮਝਣਾ ਕਿ ਪਰਮਾਤਮਾ ਹਰ ਜਗ੍ਹਾ।
ਇੱਕ ਹੁੰਦਾ ਉਹਨੂੰ ਪ੍ਰੈਕਟੀਕਲ ਕਰਕੇ ਹਰ ਜਗ੍ਹਾ ਦੇਖਣਾ। ਜਿਹੜਾ ਆਪਾਂ ਹੁਣ ਸਿਮਰਨ ਅਭਿਆਸ ਕਰ ਰਹੇ ਹਾਂ, ਗੁਰੂ ਸਾਹਿਬ ਜੋ ਸਾਨੂੰ ਸਮਝਾ ਰਹੇ ਆ ਭਗਤ ਜਨ ਗੁਰਬਾਣੀ ਦੇ ਵਿੱਚ, ਅਸੀਂ ਅਭਿਆਸ ਕਰਕੇ ਉਹਨੂੰ ਦੇਖਣਾ ਹੈ, ਮਾਲਕ ਨੂੰ, ਅੰਦਰ ਵੀ ਅਤੇ ਬਾਹਰ ਵੀ, ਜੋ ਗੁਰਬਾਣੀ ਸਾਨੂੰ ਸਮਝਾਇਆ ਹੈ। ਅਤੇ ਕਹਿੰਦੇ ਕਿ ਪਵਿੱਤਰ ਆ ਪਰਮਾਤਮਾ, ਸ਼ੱਕ ਤਾਂ ਕਰੋ ਜੇ ਦੂਜਾ ਹੈ ਉਹਦੇ ਤੋਂ ਬਿਨਾਂ, ਕਿਉਂਕਿ ਸਾਰਾ ਖੇਲ ਸੱਚ ਤੋਂ ਪ੍ਰਗਟ ਹੋਇਆ। ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ, ਕਿ ਪ੍ਰਮਾਤਮਾ ਨੇ ਇਹ ਸਾਰੀ ਖਲਕ ਤਮਾਸ਼ੇ ਦੇ ਵਿੱਚ ਲੈ ਕੇ ਆਂਦੀ। ਅਤੇ ਫਿਰ ਜਦੋਂ ਮਾਲਕ ਨੂੰ ਹੁੰਦਾ ਹੈ ਕਿ ਸਮੇਟਣਾ, ਫਿਰ ਸ਼ਬਦ ਦੁਆਰਾ ਸਾਰਾ ਕੁਛ ਇਹਨੂੰ ਸਮੇਟ ਲੈਂਦੇ। ਕਿ ਜਿਵੇਂ ਇੱਕ ਬਾਜੀਗਰ ਬਾਜੀ ਪਾਉਂਦਾ ਆ, ਉਹ ਇੱਦਾਂ ਸਮਾਨ ਖਿਲਾਰ ਲੈਂਦਾ ਅਤੇ ਫਿਰ ਉਹ ਸਮਾਨ ਨੂੰ ਸਾਰੇ ਨੂੰ ਸਮੇਟ ਲੈਂਦਾ, ਫਿਰ ਉਹ ਬਾਜੀਗਰ ਦੇ ਕੋਲ ਹੀ ਹੁੰਦਾ। ਇੱਦਾਂ ਹੀ ਪ੍ਰਮਾਤਮਾ ਨੇ ਇਹ ਸਾਰਾ ਖੇਲ ਰਚਿਆ ਹੈ। ਸਾਰਿਆਂ ਦੇ ਵਿੱਚ ਉਹ ਖੇਲ ਵੀ ਰਿਹਾ ਆ, ਖੇਲ ਤੋਂ ਬਾਹਰ ਵੀ ਹੈ। ਜਦੋਂ ਅਸੀਂ ਗੁਰਮਤਿ ਮੁਤਾਬਕ, ਗੁਰਬਾਣੀ ਮੁਤਾਬਕ ਅਭਿਆਸ ਕਰਕੇ ਇਸ ਖੇਲ ਨੂੰ ਸਮਝ ਲੈਂਦੇ ਹਾਂ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਦੂਜਾ ਤਾਂ ਕੋਈ ਹੈ ਹੀ ਨਹੀਂ। ਦੂਜਾ ਉਦੋਂ ਨਹੀਂ ਦਿਸਦਾ ਜਦੋਂ ਅਸੀਂ ਪ੍ਰੈਕਟੀਕਲ ਅਭਿਆਸ ਕਰ ਰਹੇ ਨੇ। ਇੱਕ ਹੁੰਦਾ ਸਿਰਫ ਵਿਚਾਰ ਦੁਆਰਾ ਬੋਲਣਾ ਕਿ ਸਾਰਿਆਂ 'ਚ ਪਰਮਾਤਮਾ ਵਾਸਤਾ ਹੈ, ਕਿਸੇ ਦਾ ਦਿਲ ਨਾ ਦਿਖਾਓ। ਇੱਕ ਹੁੰਦਾ ਉਹਨੂੰ ਦੇਖ ਕੇ ਫਿਰ ਦੂਜੇ ਵਿੱਚ ਦੇਖਣਾ। ਜਦੋਂ ਆਪਾਂ ਪ੍ਰੈਕਟੀਕਲ ਇਹੀ ਅਭਿਆਸ ਕਰ ਰਹੇ ਹਾਂ ਕਿ ਸਾਡਾ ਜਿਹੜਾ ਮਨ ਆ ਮਾਲਕ ਨੂੰ ਦੇਖੇ, ਪਰਮਾਤਮਾ ਤੋਂ ਸਾਡਾ ਵਿਛੋੜਾ ਪਿਆ ਹੈ। ਜਿਵੇਂ ਜਿਵੇਂ ਅਸੀਂ ਅਭਿਆਸ ਕਰੀ ਜਾਵਾਂਗੇ, ਸਾਡੇ ਨਾਲ ਉਹ ਗੁਰਬਾਣੀ 'ਚ ਜੋ ਪ੍ਰੈਕਟੀਕਲ ਦੱਸੇ ਹੁੰਦੇ ਆ, ਉਹ ਅਭਿਆਸ ਕਰਦਿਆਂ ਫਿਰ ਜਦੋਂ ਸਾਡਾ ਮਨ ਇੱਕ ਰੂਪ ਹੋਊਗਾ, ਫਿਰ ਦੂਜੇ 'ਚ ਵੀ ਦੇਖੂਗਾ ਉਸ ਅਵਸਥਾ 'ਤੇ ਜਾ ਕੇ। ਸੋ ਗੁਰੂ ਸਾਹਿਬ ਆਪਾਂ ਨੂੰ ਗੁਰਬਾਣੀ 'ਚ ਇਹ ਸਾਰਾ ਖੇਲ ਸਮਝਾਉਂਦੇ ਆ। ਸੋ ਫਿਰ ਭਗਤ ਕਬੀਰ ਜੀ ਕਹਿੰਦੇ, ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਕਹਿੰਦੇ ਉਹ ਪ੍ਰਮਾਤਮਾ ਦਿਆਲੂ, ਸਾਰਾ ਖੇਲ ਉਸ ਦਾ ਹੀ ਆ, ਅਤੇ ਸਭ ਕੁਛ ਉਹੀ ਕਰਦਾ ਅਤੇ ਸਭ ਕੁਛ ਉਹੀ ਜਾਣਦਾ। ਇੱਥੇ ਆ ਕੇ ਫਿਰ ਸਾਰਿਆਂ ਆਪਾਂ ਨੂੰ ਸਮਝਾ ਦਿੱਤਾ ਕਿ ਇਹ ਜੋ ਖੇਲ ਸਾਰਾ ਕਿਹਦਾ ਆ, ਪਰਮਾਤਮਾ ਦਾ। ਉਹ ਦਿਆਲੂ ਹੁੰਦਾ ਆ, ਦਿਆਲੂ ਹੋ ਕੇ ਸਾਨੂੰ ਇਹ ਸਾਰਾ ਕੁਛ ਸੋਝੀ ਆ ਜਾਂਦੀ, ਅਤੇ ਜੋ ਹਰੀ ਕਰਦਾ ਆ ਸਭ ਕੁਛ ਉਹੀ ਜਾਣਦਾ ਆ। ਹੁਣ ਅਕਥ ਕਿਹਾ, ਅਕਥ ਜਿਹਦਾ ਕਥਨ ਨਹੀਂ ਕੀਤਾ ਜਾ ਸਕਦਾ, ਲੇਕਿਨ ਜਿਹੜਾ ਵਿਛੜਨ ਤੋਂ ਮਿਲਾਪ ਦਾ ਰਸਤਾ ਗੁਰਬਾਣੀ 'ਚ ਸਾਨੂੰ ਸਮਝਾਇਆ ਹੈ, ਉਹ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਕਿਵੇਂ ਸਾਡਾ ਵਿਛੋੜਾ ਪਿਆ, ਕਿਵੇਂ ਅਸੀਂ ਪਰਮਾਤਮਾ ਨੂੰ ਮਿਲਣਾ ਜਾ ਕੇ। ਇਵੇਂ ਜਿਵੇਂ ਆਪਾਂ ਅਭਿਆਸ ਕਰ ਜਾਊਂਗੇ, ਵਾਹਿਗੁਰੂ ਜੀ ਬਖਸ਼ਿਸ਼ ਕਰਨ ਸਾਡੇ ਸਾਰਿਆਂ 'ਤੇ। ਇਹ ਪ੍ਰੈਕਟੀਕਲ ਸਾਡੇ ਨਾਲ ਹੁੰਦਾ। ਸੋ ਕਈ ਵਾਰੀ ਹੁੰਦਾ ਕਿ ਮਨ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਕਿ ਅਸੀਂ ਬਹੁਤ ਅਭਿਆਸ ਕਰਦੇ ਹਾਂ ਜੀ, ਸਿਮਰਨ ਵੀ ਕਰਦੇ ਹਾਂ, ਫਿਰ ਵੀ ਮਨ ਟਿਕਾਅ 'ਚ ਨਹੀਂ ਆਉਂਦਾ, ਸਾਡਾ ਮਿਲਾਪ ਨਹੀਂ ਹੋ ਰਿਹਾ। ਜਦੋਂ ਇਹ ਫੁਰਨੇ ਆਉਣ ਲੱਗ ਪੈਣ, ਫਿਰ ਅਸੀਂ ਗੁਰੂ ਦੀ ਵਿਚਾਰ ਕਰਨੀ ਹੁੰਦੀ, ਗੁਰਬਾਣੀ ਦੀ, ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਆ। ਅਤੇ ਮਹਾਰਾਜ ਕਹਿੰਦੇ ਗੁਰਬਾਣੀ ਦੀ ਵਿਚਾਰ ਦੁਆਰਾ ਫਿਰ ਸਾਡਾ ਮਨ ਟਿਕਾਅ 'ਚ ਆਉਂਦਾ। ਫਿਰ ਵਿਚਾਰ ਕਿਵੇਂ ਕਰਨੀ ਆ, ਉਹਨੂੰ ਖੋਜ ਕੇ। ਜੇ ਅਸੀਂ ਉੱਦਾਂ ਹੀ ਪੜ੍ਹੀ ਜਾਊਂਗੇ, ਪੜ੍ਹ ਕੇ ਛੱਡੀ ਜਾਊਂਗੇ, ਫਿਰ ਸਾਡੇ ਮਨ ਦਾ ਫਿਕਰ ਨਹੀਂ ਜਾਣਾ, ਨਾ ਹੀ ਸਾਡੇ ਮਨ ਦੀ ਚਿੰਤਾ ਜਾਣੀ, ਨਾ ਸ਼ਾਂਤੀ ਆਉਣੀ ਸਾਨੂੰ। ਫਿਰ ਸ਼ਾਂਤੀ ਲਿਆਉਣ ਦਾ ਤਰੀਕਾ ਹੀ ਗੁਰਬਾਣੀ 'ਚ ਵਾਰ-ਵਾਰ ਸਾਨੂੰ ਸਮਝਾਇਆ ਕਿ ਮਨ ਕਿਵੇਂ ਸੁਖੀ ਹੋਵੇ, ਮਨ ਕਿਵੇਂ ਆਪਣੇ ਘਰ ਜਾਵੇ, ਮਨ ਕਿਵੇਂ ਸੰਸਾਰ 'ਚ ਖੇਲਦਾ ਹੋਇਆ ਮਾਲਕ ਨੂੰ ਦੇਖੇ। ਫਿਰ ਜਦੋਂ ਆਪਾਂ ਅਭਿਆਸ ਕਰੀ ਜਾਊਂਗੇ, ਗੁਰਬਾਣੀ ਦੀ ਵਿਚਾਰ ਕਰੀ ਜਾਊਂਗੇ, ਫਿਰ ਸਾਨੂੰ ਇਹ ਸਾਰੀ ਸੋਝੀ ਆ ਜਾਊਗੀ ਕਿ ਕਿਵੇਂ ਕਰਮ ਦੇ ਨਾਲ ਧਰਮ ਨੂੰ ਦ੍ਰਿੜ ਕਰਨਾ। ਜੇ ਅਸੀਂ ਕਰਮ ਹੀ ਨਾਲ ਹੀ ਬੱਝ ਜਾਂਦੇ ਹਾਂ, ਫਿਰ ਸਾਡਾ ਮਨ ਅਸ਼ਾਂਤ ਰਹਿੰਦਾ। ਜੇ ਕਰਮ ਦੇ ਨਾਲ ਅਸੀਂ ਧਰਮ ਦ੍ਰਿੜ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਾਨੂੰ ਗੁਰਬਾਣੀ ਸਮਝਾਇਆ ਕਿ ਚੌਪੜ ਦੀ ਬਾਜੀ ਹੈ, ਫਿਰ ਅਸੀਂ ਖੇਲ ਜਿੱਤ ਜਾਂਦੇ। ਸੋ ਹੁਣ ਕਰਮ ਨਾਲ ਧਰਮ ਕਿਵੇਂ ਦ੍ਰਿੜ ਕਰਨਾ, ਉਹ ਵੀ ਸਾਨੂੰ ਸਮਝਾਇਆ ਗੁਰਬਾਣੀ 'ਚ। ਅੱਗੇ ਵੀ ਆਪਾਂ ਕਈ ਵਾਰ ਵਿਚਾਰ ਕੀਤੀ। ਅਤੇ ਜਦੋਂ ਗੁਰੂ ਸਾਹਿਬ ਗੁਰਬਾਣੀ ਸਮਝਾਉਂਦੇ ਆ ਕਿ ਪੰਜਾਂ ਨਾਲ ਜਿਹੜਾ ਸਾਡਾ ਖੇਲ ਚੱਲ ਰਿਹਾ, ਕਿਉਂਕਿ ਹੁਣ 5 ਹੀ ਫੁਰਨੇ ਲੈ ਕੇ ਆਉਂਦੇ ਆ ਸਾਨੂੰ, ਗੁਰੂ ਸਾਹਿਬ ਨੇ ਗੁਰਬਾਣੀ 'ਚ ਸਮਝਾ ਦਿੱਤਾ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਕਹਿੰਦੇ ਕਿ 5 ਜਣੇ ਝਗੜਾਉਂਦੇ ਆ ਸਾਨੂੰ। ਅਤੇ ਫਿਰ ਉਹਨਾਂ ਨੇ ਇਹ ਵੀ ਸਮਝਾਇਆ ਹੈ ਕਿ ਪੰਚ ਦੂਤ ਚਿਤਵੇ ਵਕਾਰਾ, ਕਿ ਕਈ ਵਾਰੀ ਅਸੀਂ ਪਰੇਸ਼ਾਨ ਹੋ ਜਾਂਦੇ, ਬਹੁਤ ਭੈੜੇ ਫੁਰਨੇ ਆਉਂਦੇ ਆ ਕਿ ਅਸੀਂ ਕੀ ਕਰੀਏ। ਅਤੇ ਗੁਰੂ ਸਾਹਿਬ ਕਹਿੰਦੇ ਆ ਇਹ 5 ਦੂਤ ਲੈ ਕੇ ਆਉਂਦੇ ਆ। ਮਾੜੇ ਤੋਂ ਮਾੜਾ ਇਹਨਾਂ ਨੇ ਫੁਰਨਾ ਲਿਆਉਣਾ ਕਿ ਮਨ ਢਹਿੰਦੀ ਕਲਾ 'ਚ ਹੀ ਰਹਿ। ਸੋ ਜਦੋਂ ਆਪਾਂ ਸੰਗਤ ਕਰਦੇ ਹਾਂ, ਸਤਿਗੁਰ ਦੀ ਬਾਣੀ ਪੜ੍ਹਦੇ ਹਾਂ, ਫਿਰ ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਕਿ ਗੁਰੂ ਸਾਹਿਬ ਜੋ ਸਾਨੂੰ ਸਮਝਾਉਂਦੇ ਆ ਅਸੀਂ ਚੱਲੀ ਜਾਣਾ। ਅਤੇ ਭਗਤ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿੰਦੇ ਅਸੀਂ ਆਸ ਨਹੀਂ ਛੱਡਣੀ,
ਆਸ ਜੋ ਸਾਨੂੰ ਗੁਰਬਾਣੀ 'ਚ ਸਮਝਾਇਆ ਮਨੋਰਥ ਵਾਸਤੇ ਅਸੀਂ ਆਏ ਹਾਂ, ਉਹ ਮਨੋਰਥ ਪੂਰਾ ਹੁੰਦਾ। ਭਗਤਾਂ ਨੇ ਗੁਰੂ ਸਾਹਿਬਾਨ ਨੇ ਕੀਤਾ ਅਤੇ ਆਪਾਂ ਨੂੰ ਸਮਝਾ ਦਿੱਤਾ। ਅਤੇ ਗੁਰਮੁਖਾਂ ਨੇ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਖੋਜੀ, ਉਹਨਾਂ ਨੇ ਇਸ ਮਨੋਰਥ ਨੂੰ ਪੂਰਾ ਕੀਤਾ। ਉਹਨਾਂ ਨੇ ਸਾਨੂੰ ਸਾਰਾ ਖੋਲ੍ਹ ਕੇ ਸਮਝਾ ਦਿੱਤਾ ਕਿ ਇਸ ਤਰੀਕੇ ਨਾਲ ਤੁਸੀਂ ਸੰਸਾਰ 'ਚ ਰਹਿੰਦੇ, ਪਰਿਵਾਰਾਂ 'ਚ ਰਹਿੰਦੇ। ਇਹ ਇੱਕ ਸਾਡੇ ਸੰਯੋਗ ਬਣਾਏ ਆ, ਟੀਮ ਬਣਾਈ ਹੋਈ ਆ। ਅਤੇ ਜਿਹੜੀ ਟੀਮ ਬਣਾਈ ਉਹ ਵੱਖਰੇ ਵੱਖਰੇ ਵਿਚਾਰਾਂ ਦੇ ਆ। ਕੋਈ ਕਿਤੇ ਇੱਕ ਅੱਧਾ ਸੰਸਾਰ 'ਚ ਹੋਣਾ ਪਰਿਵਾਰ ਬਹੁਤ ਘੱਟ ਜਿਨ੍ਹਾਂ ਦੇ ਵਿਚਾਰ ਮਿਲਦੇ ਆ, ਨਹੀਂ ਤਾਂ ਸਾਰਿਆਂ ਦੇ ਵਿਚਾਰ ਵੱਖਰੋ ਵੱਖਰੇ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਇਹ ਜਿਹੜੇ ਵੱਖਰੇ ਵੱਖਰੇ ਵਿਚਾਰ, ਕੋਈ ਕਿਤੋਂ ਆਇਆ ਆ, ਆਕਾਸ਼ ਲੋਕ 'ਚੋਂ, ਕੋਈ ਪਤਾਲ ਲੋਕ 'ਚੋਂ, ਕੋਈ ਭੂਮ ਲੋਕ 'ਚੋਂ, ਇਹ ਆਪਸ ਵਿੱਚ ਇੱਥੇ ਇੱਕ ਦਰਖਤ ਦੀ ਛਾਂ ਥੱਲੇ ਬਿਠਾ ਦਿੱਤੇ। ਹੁਣ ਸਾਡੇ ਜਿਹੜੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ, ਅਤੇ ਗੁਰੂ ਸਾਹਿਬ ਕਹਿੰਦੇ ਵਿਚਾਰਾਂ ਨੂੰ ਮਿਲਾਉਣਾ ਕਿਵੇਂ ਤੁਸੀਂ? ਉਹ ਸੋਝੀ ਦੇ ਦਿੱਤੀ। ਕੋਈ ਤਮੋ ਗੁਣੀ, ਕੋਈ ਰਜੋ ਗੁਣੀ, ਕੋਈ ਸਤੋ ਗੁਣੀ, ਸਾਰਿਆਂ ਦੇ ਇਹੀ ਹਾਲਤ ਆ, ਅਸ਼ਾਂਤੀ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਸੋਝੀ ਦਿੱਤੀ ਆ ਕਿ ਤੁਸੀਂ ਇਹ ਵਿਚਾਰਾਂ ਦਾ ਜਿਹੜਾ ਟਕਰਾਅ ਆ ਉਹਨੂੰ ਖ਼ਤਮ ਕਿਵੇਂ ਕਰਨਾ। ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਹਿੰਦੇ ਕਿ ਇਕੱਤਰ ਹੋ ਕੇ ਬੈਠੋ, ਹਰੀ ਦਾ ਨਾਮ ਜਪੋ। ਕਈ ਵਾਰੀ ਹੁੰਦਾ ਕਈ ਲੜਾਈ ਝਗੜੇ ਇੰਨੇ ਵੱਧ ਜਾਂਦੇ, ਉਹ ਇਕੱਠੇ ਹੋ ਕੇ ਬਹਿੰਦੇ ਨਹੀਂ। ਫਿਰ ਸਿਆਣੇ ਗੁਰਮੁਖ ਉਹਨਾਂ ਨੂੰ ਸਮਝਾਉਂਦੇ, ਇੱਕ ਵਾਰੀ ਬੈਠੋ ਅਤੇ ਮਸਲੇ ਦਾ ਹੱਲ ਕੱਢੀਏ। ਇਹਦੇ ਹੀ ਗੁਰੂ ਸਾਹਿਬ ਸਾਨੂੰ ਗੁਰਬਾਣੀ ਸਮਝਾਉਂਦੇ ਆ ਕਿ ਸਫਾ ਵਿਛਾ ਕੇ ਬੈਠੋ, ਨਾਮ ਜਪੋ। ਜਦੋਂ ਨਾਮ ਜਪਾਂਗੇ ਫਿਰ ਸਾਡੇ ਮਨ ਨੂੰ ਸ਼ਾਂਤੀ ਆਏਗੀ। ਕਹਿੰਦੇ ਇਨ ਬਿਧ ਪਾਸਾ ਢਾਲੋ ਵੀਰ। ਕਹਿੰਦੇ ਇਸ ਤਰੀਕੇ ਨਾਲ ਤੁਸੀਂ ਇਸ ਖੇਲ ਨੂੰ ਖੇਲੋ। ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੇ ਪੀਰ। ਕਹਿੰਦੇ ਕਿ ਨਾਮ ਜਪੋ, ਫਿਰ ਅੰਤ ਕਾਲ ਵੀ ਤੁਹਾਨੂੰ ਪੀੜ ਨਹੀਂ ਲੱਗਣੀ। ਫਿਰ ਕਹਿੰਦੇ ਆ ਕਰਮ ਧਰਮ ਤੁਮ ਚੌਪੜ ਸਾਜੋ, ਸੱਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਕਹਿੰਦੇ ਕਿ ਕਰਮ ਦੇ ਨਾਲ ਧਰਮ ਨੂੰ, ਇਹ ਚੌਪੜ ਦੀ ਬਾਜੀ ਹੈ ਇੱਕ, ਜਿਹਦੇ 'ਚ ਅਸੀਂ ਇੱਕ ਖਿਡਾਰੀ ਬਣ ਕੇ ਆਏ ਹੋਏ ਹਾਂ। ਕਹਿੰਦੇ ਕਰਮ ਦੇ ਨਾਲ ਧਰਮ ਦ੍ਰਿੜ ਕਰੋ। ਜਿੱਥੇ ਤੁਸੀਂ ਕਰਮ ਨਾਲ ਧਰਮ ਨਹੀਂ ਦ੍ਰਿੜ ਕਰਦੇ, ਧਰਮ ਨੂੰ ਛੱਡ ਜਾਂਦੇ ਆ, ਉੱਥੇ ਬਾਜੀ ਹਾਰ ਜਾਂਦੇ ਆ। ਕਿਉਂਕਿ ਸਿਰਫ ਅਸੀਂ ਕਈ ਕਹਿ ਦਿੰਦੇ ਚੰਗੇ ਕੰਮ ਕਰ ਲਓ, ਬੱਚਿਆਂ ਨੂੰ ਪਾਲ ਲਓ, ਟਾਈਮ 'ਤੇ ਨੌਕਰੀ 'ਤੇ ਜਾਓ, ਟਾਈਮ 'ਤੇ ਆਹ ਕੰਮ, ਜਿਹੜੇ ਵੀ ਕੰਮ ਤੁਹਾਡੇ ਟਾਈਮ 'ਤੇ ਕਰੋ, ਫਿਰ ਤੁਹਾਡਾ ਮਨ ਸ਼ਾਂਤ ਰਹੇਗਾ। ਸਿਰਫ ਅਸੀਂ ਕਰਮ ਤੱਕ ਇੱਦਾਂ ਹੀ ਸੀਮਿਤ ਰਹਿ ਜਾਂਦੇ, ਉਹ ਤਾਂ ਕਰਨੇ ਹੀ ਚਾਹੀਦੇ। ਗੁਰੂ ਸਾਹਿਬ ਕਹਿੰਦੇ ਆ ਲਿਵ ਦਾ ਰਸਤਾ ਅਖਤਿਆਰ ਕਰੋ, ਦਇਆ ਨਿਮਰਤਾ ਸਹਿਣਸ਼ੀਲਤਾ ਰੱਖੋ, ਕਰਮ 'ਤੇ ਜਾਣਾ ਆ, ਡਿਊਟੀ ਆਪਣੀ ਉਸ ਤਰੀਕੇ ਨਾਲ ਦਿਓ ਜਿਹਦੇ ਵਿੱਚ ਤੁਸੀਂ ਫੁਰਨਿਆਂ ਵਿੱਚ ਨਾ ਜਾਓ। ਅਤੇ ਗੁਰੂ ਸਾਹਿਬ ਨੇ ਆਪਾਂ ਨੂੰ ਫਿਰ ਗੁਰਬਾਣੀ ਵਿੱਚ ਸਮਝਾਇਆ, ਜੇ ਕਰਮ ਕਰਨ ਦਾ ਤਰੀਕਾ ਵੀ ਸਾਨੂੰ ਦੱਸਿਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਰਮ ਕਰਕੇ ਸਾਡਾ ਵਿਛੋੜਾ ਪਿਆ, ਹੁਣ ਕਿਹੜੀ ਅਸੀਂ ਕਿਰਤ ਕਰਦੇ, ਕਿਵੇਂ ਵਿਛੋੜਾ ਪਿਆ, ਉਹ ਤਾਂ ਸਾਨੂੰ ਸਾਰਾ ਗੁਰਬਾਣੀ ਸਮਝਾਇਆ। ਜੇ ਸਿਰਫ ਅਸੀਂ ਕਹਿੰਦੇ ਕਿ ਅਸੀਂ ਬੱਚੇ ਪਾਲ ਲਏ, ਵਧੀਆ ਕਰਮ ਕਰਦੇ, ਕਿਸੇ ਨਾਲ ਮਾੜਾ ਨਹੀਂ ਕਰਦੇ, ਉਦੋਂ ਸਤੋ ਗੁਣੀ ਬਣ ਗਏ। ਲੇਕਿਨ ਸਤੋ ਗੁਣ ਤੋਂ ਵੀ ਉੱਪਰ ਉੱਠਣਾ ਮਨ ਨੇ। ਜੇ ਸਿਰਫ ਸਤੋ ਗੁਣੀ ਹੀ ਬਣ ਗਏ, ਫਿਰ ਅਸੀਂ ਵਾਪਸ ਆਉਣਾ ਹੈ ਤ੍ਰੈ ਗੁਣਾਂ ਦੇ ਵਿੱਚ। ਇਹ ਤ੍ਰੈ ਗੁਣਾਂ ਦੇ ਵਿੱਚ ਸਤੋ ਗੁਣ ਆ। ਇਹ ਨਿਕਲਣ ਦਾ ਰਸਤਾ ਗੁਰਬਾਣੀ ਸਮਝਾਇਆ ਆ। ਇਹਨੂੰ ਧਰਮ ਦੀ ਪੌੜੀ ਕਿਹਾ ਹੈ, ਜਿਹਨੂੰ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਸੋ ਅਸੀਂ ਇਹ ਖਿਆਲ ਰੱਖਣਾ ਹੈ ਕਿ ਇਹ ਤ੍ਰੈ ਗੁਣਾਂ ਦੇ ਵਿੱਚ ਨਿਕਲਣ ਲਈ ਸਤੋ ਗੁਣੀ ਅਸੀਂ ਬਣਨਾ ਜ਼ਰੂਰੀ ਆ, ਲਿਵ ਦਾ ਰਸਤਾ ਅਖਤਿਆਰ ਕਰਨਾ ਜ਼ਰੂਰੀ ਆ। ਲੇਕਿਨ ਜੇ ਅਸੀਂ ਧਰਮ ਛੱਡ ਜਾਂਦੇ, ਫਿਰ ਅਸੀਂ ਖੇਲ ਹਾਰ ਜਾਂਦੇ। ਸੋ ਚੰਗੇ ਕੰਮ ਕਰਨੇ, ਉਹ ਗੁਰਬਾਣੀ 'ਚ ਸਾਨੂੰ ਸਮਝਾਇਆ। ਲੇਕਿਨ ਚੰਗੇ ਕੰਮ ਕਰਨ ਦੇ ਨਾਲ ਸਿਮਰਨ ਭਗਤੀ ਬਹੁਤ ਜ਼ਰੂਰੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਡੁੱਬ ਜਾਂਦੇ ਆ। ਜਿਹਨੂੰ ਮਹਾਰਾਜ ਕਹਿੰਦੇ ਕਿ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਕਹਿੰਦੇ ਕਿ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਅਸੀਂ ਤਾਂ ਹੀ ਸਮਝਦੇ ਕਿ ਪੂਰੇ ਟਾਈਮ 'ਤੇ ਕੰਮ 'ਤੇ ਜਾਂਦਾ, ਪੂਰੇ ਟਾਈਮ 'ਤੇ ਆਉਂਦਾ, ਕਿਸੇ ਨਾਲ ਝਗੜਾ ਨਹੀਂ ਕਰਦਾ, ਉਹ ਸਾਡਾ ਜੀਵਨ ਹੋ ਗਿਆ ਗੁਰਮੁਖਾਂ ਵਾਲਾ। ਲੇਕਿਨ ਜੇ ਨਾਮ ਨਹੀਂ ਜਪਿਆ, ਅਤੇ ਜਿੰਨੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ, ਆਪਾਂ ਉਹਨਾਂ ਨੂੰ ਗੁਰਮੁਖ ਕਹਿ ਦਿੰਦੇ, ਜਿਹੜੇ ਬਹੁਤ ਸਹਿਜ ਦੇ ਵਿੱਚ ਵਿਚਰਦੇ, ਸੰਸਾਰ ਦੇ ਵਿੱਚ ਕਿਸੇ ਨਾਲ ਮਾੜਾ ਨਹੀਂ ਕਰਦੇ। ਪਰ ਗੁਰੂ ਸਾਹਿਬ ਗੁਰਬਾਣੀ 'ਚ ਆਪਾਂ ਨੂੰ ਇਹ ਵੀ ਸਮਝਾਇਆ ਆ ਕਿ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਫਿਰ ਸਾਡਾ ਆਉਣਾ ਜਾਣਾ ਬਣਿਆ ਰਹਿੰਦਾ। ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਏ। ਕਹਿੰਦੇ ਫਿਰ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਪੈਂਦੇ। ਇਸ ਕਰਕੇ ਗੁਰੂ ਦੀ ਮੱਤ ਲੈਣੀ ਸਾਨੂੰ ਬਹੁਤ ਜ਼ਰੂਰੀ ਆ। ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਣੇ। ਗੁਰੂ ਸਾਹਿਬ ਨੇ ਸਾਨੂੰ ਇਹੀ ਸਮਝਾਉਣਾ ਹੈ
ਭਗਤੀ ਮਾਰਗ, ਭਗਤ ਬਿਨਾ ਬਹੁ ਡੂਬੇ ਸਿਆਣੇ। ਸੋ ਸਾਡੀ ਸਿਆਣਪ ਨਹੀਂ ਇੱਥੇ ਜਿਹੜੀ ਸੰਸਾਰੀ ਚੱਲਣੀ ਜੇ ਅਸੀਂ ਭਗਤੀ ਨਹੀਂ ਕਰਦੇ। ਸੋ ਫਿਰ ਮਾਰੇ ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ, ਸੱਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ। ਹੁਣ ਅਸੀਂ ਦੇਖਣਾ ਆ ਆਪਣੇ ਅੰਦਰ, ਮਹਾਰਾਜ ਨੇ ਕਿਹਾ ਕਾਮ ਕ੍ਰੋਧ ਲੋਭ ਮੋਹ ਨੂੰ ਜਿੱਤਣਾ ਆ, ਕਿ ਅਸੀਂ ਹੁਣ ਕਿਹੜੇ ਦੂਤ ਨੂੰ ਜਿੱਤ ਲਿਆ। ਇਹ ਆਪਾਂ ਪ੍ਰੈਕਟੀਕਲ ਅਭਿਆਸ ਕਰਨਾ ਹੈ। ਇਹੀ ਖੋਜ ਗੁਰਬਾਣੀ 'ਚ ਆਪਾਂ ਨੂੰ ਦੱਸੀ ਆ ਕਿ 5 ਦੂਤ ਵਸ ਆਉਂਦੇ ਆ। ਹੁਣ ਮਹਾਰਾਜ ਕਹਿੰਦੇ ਐਸੀ ਖੇਲ ਹਰ ਪਿਆਰੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਣਾ। ਐਸੀ ਖੇਲ ਖੇਲਾਂਗੇ ਅਤੇ ਫਿਰ ਅਸੀਂ ਇਹਨਾਂ ਨੂੰ ਜਿੱਤ ਲਾਂਗੇ। ਕਰਮ ਦੇ ਨਾਲ ਧਰਮ। ਹੁਣ ਧਰਮ ਕੀ ਹੈ ਸਾਡੇ ਸਾਰਿਆਂ ਦਾ? ਮਹਾਰਾਜ ਕਹਿੰਦੇ ਸੱਚ ਸਾਡੇ ਸਾਰਿਆਂ ਦਾ ਧਰਮ ਆ। ਸੱਚ ਪਰਮਾਤਮਾ ਜੋ ਸਾਡੇ ਸਾਰਿਆਂ ਦਾ ਮੂਲ ਆ, ਅਤੇ ਮਹਾਰਾਜ ਕਹਿੰਦੇ ਉਹਨੂੰ ਦ੍ਰਿੜ ਕਰਨਾ ਆ। ਧਰਮ ਨੂੰ ਕਿਵੇਂ ਦ੍ਰਿੜ ਕਰਨਾ ਹੈ? ਧਰਮ ਦ੍ਰਿੜ ਹੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਕਹਿੰਦੇ ਧਰਮ ਨੂੰ ਦ੍ਰਿੜ ਕਰਨਾ, ਸਿਮਰਨ ਕਰਨਾ, ਕਰਮ ਦੇ ਨਾਲ ਸਿਮਰਨ ਕਰਨਾ। ਅਤੇ ਫਿਰ ਆਪਾਂ ਨੂੰ ਸਮਝਾਇਆ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਖੇਲ ਖੇਲੂਗੇ, ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ। ਹੁਣ ਅਸੀਂ ਦੇਖਣਾ ਆ ਕਿ ਕਿਹੜਾ ਦੂਤ ਸਾਡੇ ਵੱਸ ਆਇਆ, ਕਿਵੇਂ ਅਸੀਂ ਆਪਣੇ ਆਪ ਨੂੰ ਕੰਟਰੋਲ ਅਸੀਂ ਕੀਤਾ ਮਨ ਨੂੰ, ਅਤੇ ਦੂਤ ਵੱਸ ਕੀਤਾ। ਇਹੀ ਖੇਲ ਆ। ਜਦੋਂ ਗੁਰਬਾਣੀ ਦਾ ਇਸ ਤਰੀਕੇ ਨਾਲ ਖੇਲਾਂਗੇ ਫਿਰ ਸਾਡਾ ਮਨ ਆਨੰਦ ਵਿੱਚ ਸ਼ਾਂਤੀ 'ਚ ਆਏਗਾ, ਕਿਉਂਕਿ ਪੰਜਾਂ ਨੇ ਸ਼ਾਂਤੀ ਨਹੀਂ ਲੈਣ ਦੇਣੀ। ਅਤੇ ਮਹਾਰਾਜ ਨੇ ਆਪਾਂ ਨੂੰ ਸ਼ਾਂਤੀ ਲੈਣ ਦਾ ਤਰੀਕਾ ਦੱਸਿਆ ਜਦੋਂ ਅਸੀਂ ਸਿਮਰਨ ਕਰਾਂਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤਨ ਦਾ ਮਨ ਦਾ ਕਲੇਸ਼ ਮਹਾਰਾਜ ਕਹਿੰਦੇ ਖਤਮ ਹੋ ਜਾਏਗਾ ਜਦੋਂ ਤੁਸੀਂ ਸਿਮਰਨ ਕਰੋਗੇ। ਸੋ ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਅਤੇ ਸੰਗਤ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।